ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਸੁਰਜੀਤ ਸਿੰਘ। ਪ੍ਰੋਗਰਾਮ ਵਿਚਾਰ ਚਰਚਾ ਵਿੱਚ ਅੱਜ ਅਸੀਂ ਵਿਚਾਰ ਕਰਾਂਗੇ ਯੋਗ ਤੇ ਨੌਜਵਾਨ ਵਿਸ਼ੇ 'ਤੇ। ਅਤੇ ਮੇਰੇ ਨਾਲ ਇਸ ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਹਾਜ਼ਰ ਨੇ ਕਰੀਨਾ, ਜੋ ਕਿ MA ਜਰਨਲਿਜ਼ਮ ਕਰ ਰਹੇ ਨੇ, ਅਤੇ ਪੁਲਕਿਤ ਯਾਦਵ, ਉਹ ਵੀ MA ਜਰਨਲਿਜ਼ਮ ਦੀ ਹੈ, ਅਤੇ ਏਕਤਾ ਉਹਨਾਂ ਦੀ BA ਜਰਨਲਿਜ਼ਮ 'ਤੇ ਹੈ। ਸੋ ਸਭ ਤੋਂ ਪਹਿਲਾਂ ਅਸੀਂ ਇਹਨਾਂ ਤੋਂ ਇਹ ਜਾਣਾਂਗੇ ਯੋਗ ਕੀ ਹੈ, ਯੋਗ ਦੇ ਬਾਰੇ ਤੁਸੀਂ ਕੀ ਜਾਣਦੇ ਹੋ। ਪੁਲਕਿਤ, ਤੁਸੀਂ ਇਸ ਬਾਰੇ ਕੋਈ ਵਿਚਾਰ। ਸਭ ਤੋਂ ਪਹਿਲਾਂ ਨਮਸਕਾਰ। ਅਤੇ ਇੱਕ ਨੌਜਵਾਨ ਹੋਣ ਦੇ ਨਾਤੇ ਜਿਹੜਾ ਯੋਗ ਹੈ ਉਹ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਕਿਤੇ ਨਾ ਕਿਤੇ ਜਿਹੜੇ ਅੱਜ ਦੇ ਯੁਵਾ ਨੇ ਉਹਨਾਂ ਵਿੱਚ ਜਿਹੜੀ ਡਿਸਿਪਲਿਨ ਦੀ ਕਮੀ ਬਹੁਤ ਜ਼ਿਆਦਾ ਹੈ। ਇਹ ਡਿਸਿਪਲਿਨ ਹਮੇਸ਼ਾ ਹੁੰਦਾ ਹੈ ਕਿਤੇ ਨਾ ਕਿਤੇ ਹੈਲਦੀ, ਜਿਹੜਾ ਅਨਹੈਲਦੀ ਲਾਈਫ ਸਟਾਈਲ ਹੈ ਉਹਦੇ ਕਰਕੇ। ਅਤੇ ਜਿਹੜਾ ਯੋਗਾ ਹੈ ਉਹ ਸਾਨੂੰ ਇੱਕ ਡਿਸਿਪਲਿਨ ਦਿੰਦਾ, ਕਿਉਂਕਿ ਸਵੇਰੇ ਉੱਠ ਕੇ 4 ਵਜੇ ਜਾਂ 5 ਵਜੇ ਉੱਠ ਕੇ ਇੱਕ ਯੁਵਾ ਜਿਹੜਾ ਆਪਣਾ ਯੋਗਾ ਕਰਨ ਲਈ ਉੱਠਦਾ ਹੈ ਉਹ ਜ਼ਰੂਰ ਡਿਸਿਪਲਿਨ ਹੋਊਗਾ। ਅਤੇ ਯੋਗਾ ਨਾ ਕੇਵਲ ਇੱਕ ਸਰੀਰਕ ਕਸਰਤ ਨਹੀਂ ਹੈ, ਬਲਕਿ ਇੱਕ ਮਾਨਸਿਕ ਕਸਰਤ ਵੀ ਹੈ, ਜਿਸ ਵਿੱਚ ਜਿਹੜੇ ਯੁਵਾ ਨੇ ਅੱਜ ਕੱਲ੍ਹ ਉਹ ਮੈਡੀਟੇਸ਼ਨ ਵੱਲ ਬਹੁਤ ਤੁਰ ਰਹੇ ਨੇ। ਇਹ ਮੈਡੀਟੇਸ਼ਨ, ਜਿੱਥੇ ਅੱਜ ਕੱਲ੍ਹ ਦੇ ਯੁਵਾ ਨੂੰ ਬਹੁਤ ਸਟ੍ਰੈਸ ਹੁੰਦਾ ਆਪਣੇ ਕਰੀਅਰ ਨੂੰ ਲੈ ਕੇ, ਜਾਂ ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਹੁੰਦੀਆਂ ਨੇ, ਉਹਨਾਂ ਨੂੰ ਖਤਮ ਜਾਂ ਘੱਟ ਕਰਨ ਵਿੱਚ ਬਹੁਤ ਲਾਭਦਾਇਕ ਹੁੰਦਾ। ਕਰੀਨਾ, ਤੁਸੀਂ ਯੋਗ ਤੋਂ ਕੀ ਸਮਝਦੇ ਹੋ? ਸਤਿ ਸ਼੍ਰੀ ਅਕਾਲ। ਜਿਵੇਂ ਕਿ ਪੁਲਕਿਤ ਨੇ ਕਿਹਾ ਕਿ ਡਿਸਿਪਲਿਨ ਦੀ ਬਹੁਤ ਜ਼ਿਆਦਾ ਕਮੀ ਹੋ ਗਈ ਹੈ ਅੱਜ ਕੱਲ੍ਹ ਦੀ ਯੂਥ ਦੇ ਵਿੱਚ, ਅਤੇ ਉਸ ਡਿਸਿਪਲਿਨ ਕਰਕੇ ਅੱਜ ਕੱਲ੍ਹ ਦਾ ਜਿਹੜਾ ਯੂਥ ਹੈ ਉਹ ਯੋਗਾ ਨੂੰ ਕਰ ਰਿਹਾ ਹੈ। ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਕਰਦੀ ਹਾਂ। ਅਤੇ ਇਹਦੇ ਡਿਸਿਪਲਿਨ ਦੇ ਨਾਲ ਨਾਲ ਮੈਨੂੰ ਲੱਗਦਾ ਹੈ ਕਿ ਸਬਰ ਹੋਣਾ ਵੀ ਬਹੁਤ ਜ਼ਰੂਰੀ ਹੈ। ਕਿਤੇ ਨਾ ਕਿਤੇ ਸਬਰ ਵੀ ਯੋਗਾ ਤੋਂ ਮਿਲ ਰਿਹਾ ਹੈ। ਅਤੇ ਇਹਨਾਂ ਨੇ ਹੈਪੀਨੈਸ ਦੀ ਵੀ ਗੱਲ ਕੀਤੀ। ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ ਯੋਗਾ ਦੇ ਵੱਲ ਤੁਰਦੀ ਜਾ ਰਹੀ ਹੈ। ਕਿਤੇ ਨਾ ਕਿਤੇ ਇਹਦਾ ਰੀਜ਼ਨ ਹੈਪੀਨੈਸ ਵੀ ਹੈ। ਉਹਨਾਂ ਨੂੰ ਜਦ ਖੁਸ਼ੀਆਂ ਹੋਰ ਪਾਸੇ ਨਹੀਂ ਮਿਲਦੀਆਂ ਜਾਂ ਫਿਰ ਸਟ੍ਰੈਸ ਹੁੰਦਾ ਹੈ, ਤਣਾਅ ਆਉਂਦਾ ਹੈ, ਤਾਂ ਉਹ ਯੋਗਾ ਦੇ ਵੱਲ ਨੂੰ ਮੁੜਦੇ ਨੇ, ਜਿਹੜਾ ਉਹਨਾਂ ਨੂੰ ਬਹੁਤ ਸਾਰੇ ਤਰੀਕੇ ਦੇ ਨਾਲ ਫਾਇਦੇ ਦਿੰਦਾ ਹੈ। ਇੱਕ ਤਾਂ ਤੁਸੀਂ ਯੋਗਾ ਤੋਂ ਕੀ ਸਮਝਦੇ ਹੋ? सबसे पहले मेरी ओर से सबको नमस्कार। योगा एक संस्कृत शब्द योज से लिया गया है, जिसका अर्थ है एकजुटता। तो वास्तव में योगा है हमारे मन आत्मा को एक करने की प्रक्रिया। इसमें हम मानसिक कसरत करते हैं, शारीरिक कसरत करते हैं, और भी बहुत सी योगिक क्रियाएं होती हैं। और मेरे विचारों में आज के समय में योगा हमारे जीवन शैली का एक अहम हिस्सा होना चाहिए। ਠੀਕ ਹੈ, ਬਹੁਤ ਵਧੀਆ। ਤੁਸੀਂ ਆਪੋ ਆਪਣੇ ਢੰਗ ਨਾਲ ਇਸ ਦੇ ਵਿਚਾਰ ਦਿੱਤੇ ਹੈ। ਕਰੀਨਾ, ਤੁਸੀਂ ਯੋਗ ਦੇ ਇਤਿਹਾਸ ਬਾਰੇ ਥੋੜ੍ਹਾ ਜਿਹਾ ਦੱਸੋਗੇ? ਯੋਗਾ ਤਾਂ 5000 ਸਾਲ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਹੈ। ਜੇ ਆਪਾਂ ਗੱਲ ਕਰੀਏ ਆਪਣੇ ਵੇਦਾਂ ਦੀ, ਤੇ ਸ਼ਿਵਜੀ ਭਗਵਾਨ ਨੂੰ ਯੋਗ ਗੁਰੂ ਵੀ ਆਖਿਆ ਜਾਂਦਾ ਹੈ। ਅਤੇ ਉਹਨਾਂ ਤੋਂ ਬਾਅਦ ਜਿਹੜੇ ਸਾਡੇ ਵੇਦ ਗੁਰੂ ਨੇ ਉਹਨਾਂ ਨੇ ਵੀ ਯੋਗਾ ਨੂੰ ਕੀਤਾ ਹੈ। ਅਤੇ ਜਿਹੜਾ ਯੋਗਾ ਹੈ ਉਹ ਸਾਡੇ ਭਾਰਤ ਤੋਂ ਹੀ ਬਾਕੀ ਦੇਸ਼ਾਂ ਦੇ ਵਿੱਚ ਗਿਆ ਹੈ। 1893 ਦੇ ਵਿੱਚ ਸਵਾਮੀ ਵਿਵੇਕਾਨੰਦ ਜੀ ਇੱਕ ਕਾਨਫਰੰਸ 'ਤੇ ਗਏ ਸੀ ਅਮਰੀਕਾ ਵਿੱਚ, ਜਿੱਥੇ ਉਹਨਾਂ ਨੇ ਇਹਦੇ ਬਾਰੇ ਚਰਚਾ ਕੀਤੀ ਸੀ, ਅਤੇ ਉੱਥੋਂ ਲੋਕਾਂ ਨੂੰ ਬਹੁਤ ਹੀ ਜਾਗਰੂਕਤਾ ਮਿਲੀ ਸੀ ਯੋਗਾ ਦੇ ਫਾਇਦਿਆਂ ਬਾਰੇ। ਉਦੋਂ ਤੋਂ ਹੀ ਯੋਗਾ ਜਿਹੜਾ ਹੈ ਉਹ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਅਤੇ ਜਿਹੜਾ 21 ਜੂਨ ਨੂੰ ਵਿਸ਼ਵ ਯੋਗਾ ਦਿਵਸ ਵੀ ਮਨਾਇਆ ਜਾਂਦਾ ਹੈ, ਉਹਦੀ ਵੀ ਜਿਹੜੀ ਇੰਟਰੋਡਕਸ਼ਨ ਹੈ ਉਹ ਸਾਡੇ ਭਾਰਤ ਤੋਂ ਹੀ ਹੋਈ ਸੀ। 2014 ਦੇ ਵਿੱਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਇਹਦੇ ਬਾਰੇ ਗੱਲ ਕੀਤੀ ਸੀ ਕਿ ਇਹਨੂੰ ਇੰਟਰੋਡਿਊਸ ਕੀਤਾ ਜਾਵੇ, ਅਤੇ ਫਿਰ 2015 ਤੋਂ 21 ਜੂਨ ਨੂੰ ਇਹ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ। ਉਸ ਦਿਨ ਤੋਂ ਲੈ ਕੇ ਹੁਣ ਤੱਕ ਇਹ ਹਰ ਸਾਲ 21 ਜੂਨ ਨੂੰ ਹੀ ਮਨਾਇਆ ਜਾਂਦਾ ਹੈ। ਅੱਛਾ, ਇੱਕ ਤਾਂ ਜਿਵੇਂ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਸਾਡੀ ਨੌਜਵਾਨ ਜਨਰੇਸ਼ਨ ਆ ਉਹ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਐਕਟਿਵ ਆ। ਕਿਤੇ ਨਾ ਕਿਤੇ ਉਹ, ਤੁਹਾਨੂੰ ਨਹੀਂ ਲੱਗਦਾ ਕਿ ਉਹ ਯੋਗ ਤੋਂ ਦੂਰ ਹੋ ਰਹੀ ਹੈ? ਉਹਨਾਂ ਨੂੰ ਇਹਦੇ ਨਾਲ ਜੁੜਨਾ ਚਾਹੀਦਾ ਹੈ। ਕੀ ਕਾਰਨ ਹੋ ਸਕਦੇ ਇਸ ਬਾਰੇ? जहाँ तक मैंने ऑब्ज़र्व किया है अपने आसपास, कि इससे दूर रहने का ये कारण है कि लोगों में जागरूकता नहीं है। पहले तो हमें इसके लाभ ही अच्छे से नहीं पता। सही बात है कि अगर हम इसके लाभ जान जाएंगे तो हम ज़रूरी ही इसको अपनी जीवन शैली में अपना लेंगे। तो जागरूकता की कमी एक इसका अहम कारण है कि हम योग से दूर हो गए हैं और होते जा रहे हैं। ਪੁਲਕਿਤ, ਤੁਸੀਂ ਦੱਸੋ ਕਿ ਜਿਹੜੇ ਯੋਗ ਦੇ ਲਾਭ ਆ ਉਹ ਸਾਡੇ ਸਰੀਰਕ ਤੌਰ 'ਤੇ ਕਿੰਨੇ ਕੁ ਲਾਹੇਵੰਦ ਹੋ ਸਕਦੇ ਆ? ਕਿਸ ਤਰੀਕੇ ਦੇ ਨਾਲ ਜਿਹੜੇ ਬੰਦੇ ਦੇ ਸਰੀਰਕ ਤੌਰ 'ਤੇ ਅਤੇ ਮਾਨਸਿਕ ਤੌਰ 'ਤੇ ਉਹਨਾਂ ਦਾ ਲਾਹਾ ਲੈ ਸਕਦਾ ਯੋਗ ਕਰਨ ਦੇ ਨਾਲ? ਮੇਰੇ ਹਿਸਾਬ ਨਾਲ ਜਿਹੜਾ ਯੋਗ ਹੈ ਉਹ ਸਰੀਰਕ ਤੌਰ 'ਤੇ ਵੀ ਓਨਾ ਲਾਭਦਾਇਕ ਹੈ ਜਿੰਨਾ ਮਾਨਸਿਕ ਤੌਰ 'ਤੇ। ਪਰ ਸਭ ਤੋਂ ਪਹਿਲਾਂ ਜੇ ਸਰੀਰਕ ਤੌਰ ਦੀ ਗੱਲ ਕਰੀਏ, ਜਿੱਦਾਂ ਅਸੀਂ ਅਨੁਲੋਮ ਵਿਲੋਮ ਹੈ, ਉਹ ਇੱਕ ਤਰ੍ਹਾਂ ਦੀ ਇਹੋ ਜਿਹਾ ਯੋਗ ਹੈ ਜਿਸ ਨਾਲ ਤੁਸੀਂ ਆਪਣੇ ਸਾਹ ਜਿਹੜੇ ਹੈ, ਜਿਵੇਂ ਕਈ ਯੁਵਾਵਾਂ ਨੂੰ ਅੱਜ ਦੇ ਟਾਈਮ ਵਿੱਚ ਸਾਹ ਦੀ ਬਹੁਤ ਪ੍ਰੋਬਲਮ ਹੁੰਦੀ ਹੈ,
ਜਿੱਦਾਂ ਉਹ ਕੋਈ ਕੰਮ ਕਰਦੇ ਨੇ ਜਾਂ ਭੱਜਦੇ ਨੇ ਉਹਨਾਂ ਨੂੰ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਪਰ ਜਿਹੜਾ ਅਨੁਲੋਮ ਵਿਲੋਮ ਹੈ, ਜੇਕਰ ਇਸ ਨੂੰ ਰੋਜ਼ਾਨਾ ਸਵੇਰੇ ਜੇਕਰ ਕੋਈ ਯੁਵਾ ਲਗਾਤਾਰ ਕਰਦਾ ਹੈ ਤੇ ਉਸ ਦੀ ਇੱਕ ਜਿਹੜੀ ਸਾਹ ਦੀ ਪ੍ਰੋਬਲਮ ਹੈ ਜਾਂ ਸਟੈਮਿਨਾ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਜਿਹੜੀ ਸਾਹ ਦੀ ਪ੍ਰੋਬਲਮ ਉਹਨੂੰ ਹੁੰਦੀ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਤੇ ਨਾਲ ਹੀ ਇੱਕ ਮੇਰੇ ਹਿਸਾਬ ਨਾਲ ਜਿਹੜਾ ਯੋਗਾ ਹੈ ਉਹ ਇੱਕ ਤਰ੍ਹਾਂ ਦਾ ਤਪ ਹੀ ਹੈ, ਕਿਉਂਕਿ ਜਦੋਂ ਯੋਗਾ ਕੋਈ ਕਰਦਾ ਹੈ, ਇਹਨੂੰ ਅਸੀਂ ਜੇ ਮਾਨਸਿਕ ਤੌਰ ਤੇ ਲਈਏ ਤੇ ਜਦੋਂ ਯੋਗਾ ਕੋਈ ਇਨਸਾਨ ਜਾਂ ਕੋਈ ਯੁਵਾ ਕਰਦਾ ਹੈ ਉਹ ਇੱਕ ਤਰ੍ਹਾਂ ਦਾ ਅੱਖਾਂ ਬੰਦ ਕਰਕੇ ਇੱਕ ਆਸਨ ਵਿੱਚ ਬੈਠਦਾ ਹੈ, ਜਿਸ ਨਾਲ ਕਿ ਉਹਦੀਆਂ ਜਿਹੜੀਆਂ ਇੰਦਰੀਆਂ ਹੁੰਦੀਆਂ ਉਹ ਆਪਣੇ ਆਪ ਕਹਿ ਸਕਦੇ ਕਿ ਐਕਟੀਵੇਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਇੱਕ ਇਹੋ ਜਿਹਾ ਸਮਾਂ ਆਉਂਦਾ ਹੈ ਜਿਹਦੇ 'ਚ ਜਾ ਕੇ ਉਹ ਮੋਕਸ਼ ਪ੍ਰਾਪਤ ਕਰ ਲੈਂਦੇ ਹਨ। ਇਸ ਲਈ ਜਿਹੜੇ ਵਿਅਕਤੀ ਹੁੰਦੇ ਆ, ਸਿੱਧ ਪੁਰਸ਼ ਹੁੰਦੇ ਆ ਜਿਹੜੀ ਯੋਗ 'ਚ, ਉਹਨਾਂ ਨੂੰ ਯੋਗੀ ਵੀ ਕਿਹਾ ਜਾਂਦਾ ਹੈ। ਸੋ ਬਹੁਤ ਵਧੀਆ ਢੰਗ ਨਾਲ ਤੁਸੀਂ ਦੱਸਿਆ ਆਪਣੇ ਵਿਚਾਰ। ਬਿਲਕੁਲ ਸਹੀ ਗੱਲ ਹੈ ਕਿ ਯੋਗ ਜਦੋਂ ਅਸੀਂ ਕਰਦੇ ਹਾਂ ਤੇ ਸਾਡੀ ਇੱਕ ਜਦੋਂ ਸਮਾਧੀ ਲੱਗ ਜਾਂਦੀ ਹੈ ਤੇ ਉਦੋਂ ਸਾਡਾ ਆਲਾ ਦੁਆਲਾ ਸਾਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਅਸੀਂ ਸਾਡੀ ਇੱਕ ਜਿਵੇਂ ਸਿਮਰਨ ਜਾਂ ਅਭਿਆਸ ਕਰਦੇ ਹਾਂ, ਸਾਡੀ ਇੱਕ ਸੁਰਤ ਜਿਹੜੀ ਹੈ ਉਹਦੇ ਨਾਲ ਜੁੜ ਜਾਂਦੀ ਹੈ। ਸੋ ਬਹੁਤ ਸਾਰੀਆਂ ਮਾਨਸਿਕ ਤੌਰ 'ਤੇ ਬਿਮਾਰੀਆਂ ਅਤੇ ਸਰੀਰਕ ਤੌਰ 'ਤੇ ਬਿਮਾਰੀਆਂ ਸਾਡੀਆਂ ਜਿਹੜੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ। ਕਰੀਨਾ, ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਯੋਗ ਬੇਸ਼ੱਕ ਸਾਡੀ ਭਾਰਤੀ ਪਰੰਪਰਾ ਦਾ ਇੱਕ ਹਿੱਸਾ ਰਿਹਾ, ਪਰ ਇਸ ਦਾ ਪ੍ਰਭਾਵ ਜਦੋਂ ਤੋਂ ਅਸੀਂ ਇੰਟਰਨੈਸ਼ਨਲ ਪੱਧਰ 'ਤੇ ਮਨਾਉਣਾ ਸ਼ੁਰੂ ਕੀਤਾ 2015 ਤੋਂ ਬਾਅਦ, ਤਾਂ ਕਿਤੇ ਨਾ ਕਿਤੇ ਇਹ ਪੱਛਮੀ ਸੱਭਿਆਚਾਰ 'ਤੇ ਬਹੁਤ ਅਸਰ ਕਰ ਰਿਹਾ ਹੈ, ਜਾਂ ਪੱਛਮੀ ਸੱਭਿਆਚਾਰ ਜਾਂ ਪੱਛਮੀ ਲੋਕਾਂ ਵੱਲ ਇਹਦਾ ਰੁਝਾਨ ਕਾਫੀ ਜ਼ਿਆਦਾ ਹੈ ਤੇ ਭਾਰਤੀ ਲੋਕਾਂ ਵੱਲ ਧਿਆਨ ਜਿਹੜਾ ਇਹਦਾ ਘਟਦਾ ਜਾ ਰਿਹਾ। ਕੀ ਕਾਰਨ ਸਮਝਦੇ ਹੋ ਤੁਸੀਂ? ਇਹਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਨਹੀਂ ਨੇ ਤੇ ਜਦੋਂ ਉਹਨਾਂ ਨੂੰ ਖੁਸ਼ੀ ਕਿਸੇ ਹੋਰ ਤਰੀਕਿਆਂ ਨਾਲ ਨਹੀਂ ਮਿਲਦੀ ਤੇ ਉਹ ਮੈਡੀਟੇਸ਼ਨ ਵੱਲ ਜਾਂਦੇ ਨੇ, ਯੋਗਾ ਵੱਲ ਜਾਂਦੇ ਨੇ, ਜਿਹਦੇ ਨਾਲ ਉਹਨਾਂ ਨੂੰ ਮੈਂਟਲ ਸਟੇਬਿਲਿਟੀ ਦੇ ਨਾਲ ਹੈਲਥ ਤੇ ਵੀ ਬਹੁਤ ਜ਼ਿਆਦਾ ਫਾਇਦੇ ਮਿਲਦੇ ਨੇ। ਤੇ ਜਿਹੜਾ ਸਾਡਾ ਤੁਸੀਂ ਪੱਛਮੀ ਸੱਭਿਆਚਾਰ ਦੀ ਗੱਲ ਕੀਤੀ, ਅਸੀਂ ਇਹ ਤੇ ਜ਼ਰੂਰ ਵੇਖਦੇ ਹਾਂ ਕਿ ਜਿਹੜੇ ਸਾਡੇ ਭਾਰਤ ਦੇ ਲੋਕ ਨੇ ਸੱਭਿਆਚਾਰ ਤੋਂ ਕਿਤੇ ਦੂਰ ਜਾਂਦੇ ਜਾ ਰਹੇ ਨੇ, ਪਰ ਸਾਡੇ ਸੱਭਿਆਚਾਰ ਦੇ ਵਿੱਚ ਇਹੋ ਜਿਹੀਆਂ ਬਹੁਤ ਵਧੀਆ ਚੀਜ਼ਾਂ ਨੇ ਜਿਹੜੀਆਂ ਕਿ ਸਾਨੂੰ ਸਾਡੇ ਸੱਭਿਆਚਾਰ ਦੇ ਨਾਲ ਜੋੜੇ ਰੱਖਦੀਆਂ ਨੇ ਤੇ ਬਾਕੀ ਦੇਸ਼ਾਂ ਦੇ ਲੋਕਾਂ ਨੂੰ ਵੀ ਇਹਦੇ ਨਾਲ ਜੁੜਨ ਤੇ ਮਜਬੂਰ ਕਰ ਦਿੰਦੀਆਂ ਨੇ। ਜਿਵੇਂ ਕਿ ਯੋਗਾ ਹੀ ਹੈ, ਇਹਨੇ ਬਹੁਤ ਵਧੀਆ ਚੀਜ਼ ਦਿੱਤੀ ਹੈ ਦੇਸ਼ ਭਰ ਵਿੱਚ, ਦੁਨੀਆ ਭਰ ਦੇ ਲੋਕਾਂ ਨੂੰ, ਤੇ ਲੋਕ ਇਹਦੇ ਨਾਲ ਜੁੜਦੇ ਜਾ ਰਹੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਉਹਨਾਂ ਨੂੰ ਫਾਇਦੇ ਹੋ ਰਹੇ ਨੇ। ਜਿਵੇਂ ਕਿ ਸੂਰਿਆ ਨਮਸਕਾਰ ਵੀ ਹੈ, ਇਹ ਤੇ ਸਾਨੂੰ ਸਾਡੇ ਸੱਭਿਆਚਾਰ ਵਿੱਚ ਸੀ ਕਿ ਸਾਨੂੰ ਸੂਰਿਆ ਨੂੰ ਨਮਸਕਾਰ ਕਰਨਾ ਚਾਹੀਦਾ ਹੈ, ਪਰ ਉਹਨਾਂ ਨੂੰ ਨਹੀਂ ਸੀ ਪਤਾ। ਪਰ ਇੱਕ ਯੋਗਾ ਦੇ ਆਸਨ ਦੇ ਤਰੀਕੇ ਦੇ ਨਾਲ ਉਹਨਾਂ ਤੱਕ ਪਹੁੰਚਾਇਆ ਗਿਆ, ਜਿਹਦੇ ਨਾਲ ਉਹਨਾਂ ਨੂੰ ਬਹੁਤ ਫਾਇਦੇ ਹੋ ਰਹੇ ਨੇ। ਜੇ ਆਪਾਂ ਸੂਰਿਆ ਨਮਸਕਾਰ ਕਰਦੇ ਹਾਂ ਤਾਂ ਜਿਹੜੇ ਸਾਡੇ ਬਲੱਡ ਸੈਲਸ ਨੇ ਉਹ ਵੀ ਵੱਧਦੇ ਨੇ, ਜਿਹਦਾ ਕਿ ਸਾਨੂੰ ਬਹੁਤ ਫਾਇਦਾ ਹੈ। BP ਵਰਗੀਆਂ ਜਿਹੜੀਆਂ ਪ੍ਰੋਬਲਮਸ ਹੈ ਉਹ ਵੀ ਠੀਕ ਹੁੰਦੀਆਂ ਜਾ ਰਹੀਆਂ ਨੇ। ਜੇ ਇੱਕ ਸਾਰ ਦੀ ਤਰ੍ਹਾਂ ਦੇਖਿਆ ਜਾਵੇ ਤੇ ਹਰ ਚੀਜ਼ ਵਿੱਚ ਮਦਦ ਕਰ ਰਿਹਾ ਹੈ, ਸਾਨੂੰ ਟੈਨਸ਼ਨ ਤੋਂ, ਤਣਾਅ ਤੋਂ ਦੂਰ ਕਰ ਰਿਹਾ ਹੈ, ਸਾਨੂੰ ਹੈਲਥ ਸਟੇਬਿਲਿਟੀ ਦੇ ਰਿਹਾ ਹੈ। ਹੈਲਥ ਸਟੇਬਿਲਿਟੀ ਤੇ ਮੈਂਟਲ ਸਟੇਬਿਲਿਟੀ ਹੀ ਮੈਨੂੰ ਲੱਗਦਾ ਹੈ ਬਹੁਤ ਜ਼ਰੂਰੀ ਹੈ ਅਗਰ ਅਸੀਂ ਖੁਸ਼ ਰਹਿਣਾ ਚਾਹੁੰਦੇ ਹਾਂ ਜਾਂ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਬਤੀਤ ਕਰਨਾ ਚਾਹੁੰਦੇ ਹਾਂ। ਤੇ ਇਹੀ ਯੋਗਾ ਦੇ ਜਿਹੜੇ ਲਾਭ ਨੇ, ਇਹੀ ਇਸ ਚੀਜ਼ ਨੂੰ ਦੁਨੀਆ ਭਰ ਵਿੱਚ ਇੱਕ ਮੇਨ ਪੁਆਇੰਟ ਬਣਾ ਕੇ ਦੇ ਰਿਹਾ ਹੈ। ਇੱਕ ਤਾਂ ਤੁਸੀਂ ਕੁਝ ਕਹਿਣਾ ਚਾਹੋਗੇ ਇਸ ਵਿਸ਼ੇ ਤੇ ਵੀ ਪੱਛਮੀ ਲੋਕਾਂ ਦਾ ਯੋਗਾ ਵੱਲ ਰੁਝਾਨ ਜ਼ਿਆਦਾ ਵੱਧ ਰਿਹਾ ਹੈ ਤੇ ਸਾਡੇ ਭਾਰਤੀ ਨੌਜਵਾਨਾਂ ਦਾ ਜਿਹੜਾ ਹੈ ਇਸ ਪਾਸੇ ਨੂੰ ਧਿਆਨ ਘਟता जा रहा है। ਕੀ ਕਾਰਨ ਹੋ ਸਕਦੇ ਆ? जहाँ तक मुझे लग रहा है इसका कारण ये हो सकता है कि जो पश्चिमी लोगों ने इतने साल पहले वो करके छोड़ चुके हैं वो चीज़ें हम अपना रहे हैं। जैसे कि हम फॉसिल फ्यूल्स की बात करते हैं तो वो फॉसिल फ्यूल्स को उन्होंने यूज़ करना बंद कर दिया है और अब वो ग्रीन एनर्जी की तरफ जा रहे हैं। मगर इंडियंस हम अब उस स्टेज में पहुँचे हैं कि जहाँ हम फॉसिल फ्यूल्स का बढ़ चढ़कर हिस्सा कर रहे हैं, तो हम कहीं ना कहीं उनके फुटप्रिंट्स पर चल रहे हैं, बट हमारी जो ताकत है उसको भूल चुके हैं। और यही कारण हो सकता है कि वहाँ पे मटीरियलिज्म इतना ज़्यादा हो गया था कि अब वो उस सबको पता चल गया कि मटीरियलिज्म में खुशी नहीं है, तो अब उससे दूर जा रहे हैं और योग को अपना रहे हैं, क्योंकि योग में वास्तव में शक्ति है। और भारत में भी एक कमी नज़र आती है कि आजकल हम योग से दूर होते जा रहे हैं, अपनी सभ्यता को अपनाने में हमें शर्म आती है। मगर आजकल बहुत से ऐसे अवेयरनेस कैंपेन्स हो रहे हैं, जैसे 21 जून को योग दिवस मनाया जाता है और बहुत से सोशल मीडिया पर भी इसका बढ़ चढ़ कर प्रचार किया जाता है कि योग को हम अपनाएं। तो फिर से हम उस तरफ चल पड़े हैं जहां हम रास्ते पर आने लगे हैं और ये एक अच्छी बात है। ਪੁਲਕਿਤ, ਤੁਸੀਂ ਕੁਝ ਕਹਿਣਾ ਚਾਹੋਗੇ ਇਸ ਵਿਸ਼ੇ ਬਾਰੇ? ਇਸ ਵਿਸ਼ੇ 'ਤੇ ਮੈਂ ਇੱਕ ਗੱਲ ਜਿਹੜੀ ਸਾਹਮਣੇ ਰੱਖਣਾ ਚਾਹਾਂਗਾ ਕਿ ਜਿਹੜਾ ਭਾਰਤੀ ਨੌਜਵਾਨ ਹੈ ਜਾਂ ਭਾਰਤੀ ਲੋਕ ਨੇ ਉਹ ਆਪਣੇ ਸੱਭਿਆਚਾਰ ਨੂੰ ਛੱਡ ਕੇ ਜਾ ਰਹੇ ਨੇ, ਜਿਵੇਂ ਨੇ ਏਕਤਾ ਨੇ ਕਿਹਾ ਹੈ। ਪਰ ਇੱਕ ਗੱਲ ਹੋਰ ਹੈ ਕਿ ਜਿੱਥੇ ਤੱਕ ਅਸੀਂ ਦੇਖੀਏ ਫੈਕਟ ਦੇ ਹਿਸਾਬ ਨਾਲ ਕਿ ਜਿਹੜਾ ਪੱਛਮੀ ਦੇਸ਼ ਨੇ ਉਹ ਸਾਡੇ ਤੋਂ ਕਈ ਸਾਲ ਅੱਗੇ ਚੱਲ ਰਹੇ ਨੇ ਆਪਣੇ ਪ੍ਰਗਤੀ ਦੇ ਵਿੱਚ, ਜਾਂ ਜਿਹੜੇ ਵੀ ਉਹਨਾਂ ਦੇ ਸੈਕਟਰ ਨੇ, IT ਸੈਕਟਰ ਵਗੈਰਾ,
ਤੇ ਉਹਨਾਂ ਤੋਂ ਅਸੀਂ ਥੋੜੇ ਪਿੱਛੇ ਆ ਤੇ ਉਸੇ ਭੱਜ ਦੌੜ ਵਿੱਚ ਜਿਹੜਾ ਭਾਰਤੀ ਯੁਵਾ ਹੈ ਤੇ ਭਾਰਤ ਦੇ ਲੋਕ ਨੇ ਉਹ ਇਸ ਵੇਲੇ ਭੱਜ ਰਹੇ ਨੇ। ਤੇ ਇਸ ਕਰਕੇ ਜਿੱਥੇ ਤੱਕ ਮੈਨੂੰ ਲੱਗਦਾ ਕਿ ਨਾ ਨੌਜਵਾਨਾਂ ਕੋਲ ਇੰਨਾ ਟਾਈਮ ਮਿਲਦਾ ਹੈ, ਨਾ ਕਿ ਜਿਹੜੇ ਉਹਨਾਂ ਦੇ ਲੋਕ ਨੇ ਉਹਨਾਂ ਕੋਲ ਇੰਨਾ ਟਾਈਮ ਹੈ ਕਿ ਉਹ ਸਵੇਰੇ ਉੱਠ ਕੇ ਯੋਗਾ ਕਰ ਸਕਣ। ਪਰ ਕਿਤੇ ਨਾ ਕਿਤੇ ਜਿਹੜੀ ਕਹਿੰਦੇ ਆ ਕਿ ਸਭ ਤੋਂ ਵੱਡਾ ਧਨ ਜਿਹੜਾ ਹੈ ਲੋਕ ਇੱਕ ਇਨਸਾਨ ਲਈ, ਉਹ ਹੈ ਉਹਨਾਂ ਦੇ ਸਰੀਰਕ ਤੇ ਮਾਨਸਿਕ ਤੌਰ ਦੀ ਇੱਕ ਤਰ੍ਹਾਂ ਨਾਲ ਸਵਸਥ ਹੋਣਾ। ਜੇ ਇਹਨਾਂ ਸਵਸਥ ਰੱਖਣਾ ਹੈ ਤੇ ਆਪਣੇ ਕੰਮ ਨੂੰ ਚੱਲਦਾ ਰੱਖਣਾ ਹੈ ਤੇ ਹਰ ਇਨਸਾਨ ਨੂੰ, ਹਰ ਇੱਕ ਯੁਵਾ ਨੂੰ ਆਪਣੇ ਜ਼ਿੰਦਗੀ ਵਿੱਚ ਤੇ ਆਪਣੇ ਜਿਹੜਾ ਰੋਜ਼ਾਨਾ ਰੂਟੀਨ ਵਿੱਚ ਲਿਆਉਣਾ ਹੀ ਪਊਗਾ। ਜੀ ਬਿਲਕੁਲ, ਮੈਂ ਸਹਿਮਤ ਹਾਂ ਇਸ ਗੱਲ ਦੇ ਨਾਲ ਕਿ ਯੋਗ ਦੇ ਨਾਲ ਸਾਡੇ ਸਰੀਰਕ ਤੇ ਮਾਨਸਿਕ ਤੌਰ ਤੇ ਜਿਹੜੀਆਂ ਨੇ ਉਹ ਜਿੱਥੇ ਬਿਮਾਰੀਆਂ ਹੀ ਨਹੀਂ ਦੂਰ ਹੁੰਦੀਆਂ, ਉੱਥੇ ਬਹੁਤ ਸਾਰੇ ਸਾਡੇ ਕਈ ਇਸ ਤਰ੍ਹਾਂ ਦੇ ਖਿਆਲ ਜਿਹੜੇ ਸਾਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੇ ਰਹਿੰਦੇ ਨੇ, ਉਹ ਵੀ ਇੱਕ ਘਟ ਜਾਂਦੇ ਨੇ। ਸੋ ਬਿਲਕੁਲ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਸਾਡੇ ਭਾਰਤੀ ਨੌਜਵਾਨਾਂ ਦਾ ਇਸ ਪੱਖ ਤੋਂ ਧਿਆਨ ਘਟ ਜਾਣਾ ਤੇ ਪੱਛਮੀ ਲੋਕਾਂ ਦਾ ਧਿਆਨ ਵੱਧ ਜਾਣਾ। ਸ਼ਾਇਦ ਇਹੀ ਹੋ ਸਕਦਾ ਹੈ ਕਿ ਉਹਨਾਂ ਨੇ ਇਸ ਚੀਜ਼ ਨੂੰ ਸਮਝ ਲਿਆ ਹੋਵੇ ਕਿ ਯੋਗ ਦਾ ਅਸਲੀ ਮਨੋਰਥ ਹੈ ਕੀ। ਪਰ ਕਰੀਨਾ, ਕਿਤੇ ਨਾ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਹੈ ਕਿ ਇਹ ਵੀ ਕਾਰਨ ਹੋ ਸਕਦਾ ਹੈ ਕਿ ਜਿਵੇਂ ਸੋਸ਼ਲ ਮੀਡੀਆ ਦਾ ਪ੍ਰਭਾਵ ਕਰਕੇ ਸਾਡੇ ਨੌਜਵਾਨ ਜਿਹੜੇ ਆ ਉਹ ਪਿੱਛੇ ਜਾ ਰਹੇ ਆ? ਕੀ ਤੁਸੀਂ ਕਹਿਣਾ ਚਾਹੋਗੇ ਇਹਦੇ ਬਾਰੇ? ਬਿਲਕੁਲ, ਤੁਹਾਡੀ ਗੱਲ ਦੇ ਵਿੱਚ ਵੀ ਤੁਸੀਂ ਬਿਲਕੁਲ ਸਹੀ ਹੋ ਕਿ ਸੋਸ਼ਲ ਮੀਡੀਆ ਕਰਕੇ ਵੀ ਹੋ ਰਿਹਾ ਹੈ। ਪਰ ਸੋਸ਼ਲ ਮੀਡੀਆ ਸਿਰਫ ਇਹ ਨਹੀਂ ਹੈ ਕਿ ਨੈਗੇਟਿਵ ਪ੍ਰਭਾਵ ਹੀ ਪਾਉਂਦਾ ਹੈ, ਪੋਜ਼ਿਟਿਵ ਵੀ ਪਾਉਂਦਾ ਹੈ। ਜੇ ਹੁਣ ਆਪਾਂ ਗੱਲ ਕਰੀਏ ਤਾਂ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ, ਸਾਡਾ ਯੂਥ ਹੈ, ਉਹਦੇ ਤੋਂ ਬਹੁਤ ਜ਼ਿਆਦਾ ਇਨਫਲੂਐਂਸ ਹੋ ਰਿਹਾ ਹੈ। ਤੇ ਜੇ ਅਸੀਂ ਯੋਗਾ ਦੇ ਬਾਰੇ ਗੱਲਾਂ ਕਰੀਏ, ਹੁਣ ਇਨਫਲੂਐਂਸਰਸ ਵੀ ਅਸੀਂ ਹਾਂ ਤੇ ਜਿਹੜੇ ਇਨਫਲੂਐਂਸ ਹੋ ਰਹੇ ਆ ਉਹ ਵੀ ਅਸੀਂ ਹੀ ਹਾਂ। ਜੇ ਅਸੀਂ ਯੋਗਾ ਦੇ ਬਾਰੇ, ਉਹਦੇ ਬੈਨੀਫਿਟਸ ਨੂੰ ਦੱਸੀਏ ਤੇ ਲੋਕ ਜਿਹੜੇ ਸਾਨੂੰ ਦੇਖਦੇ ਨੇ ਉਹ ਫੋਰ ਸ਼ੋਰ ਸਾਡੇ ਤੋਂ ਵੀ ਪ੍ਰਭਾਵਿਤ ਹੋਣਗੇ ਤੇ ਇਹ ਇੱਕ ਚੰਗਾ ਪ੍ਰਭਾਵ ਹੋਵੇਗਾ। ਸੋਸ਼ਲ ਮੀਡੀਆ ਦੇ ਕਰਕੇ ਉਹ ਇਫੈਕਟ ਤੇ ਹੋ ਰਹੇ ਨੇ, ਪਰ ਹੁਣ ਇਹ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਉਹਨਾਂ ਨੂੰ ਚੰਗੀਆਂ ਚੀਜ਼ਾਂ ਦੱਸ ਰਹੇ ਹਾਂ ਜਾਂ ਮਾੜੀਆਂ ਚੀਜ਼ਾਂ ਦੱਸ ਰਹੇ ਹਾਂ। ਤੇ ਯੋਗਾ ਦੇ ਬਾਰੇ ਜੇ ਅਸੀਂ ਉਹਨਾਂ ਨੂੰ ਇਹ ਸਮਝਾਈਏ ਕਿ ਹਾਂ ਇਹਦੇ ਕਿੰਨੇ ਪੋਜ਼ਿਟਿਵ ਪੁਆਇੰਟਸ ਨੇ, ਤੇ ਜਿਵੇਂ ਤੁਸੀਂ ਹੁਣੇ ਅਸੀਂ ਪੱਛਮੀ ਲੋਕਾਂ ਦੇ ਬਾਰੇ, ਸੱਭਿਆਚਾਰ ਬਾਰੇ ਵੀ ਗੱਲ ਕੀਤੀ, ਅਸੀਂ ਲੋਕ ਫੋਲੋ ਕਰ ਰਹੇ ਹਾਂ ਬਾਹਰ ਦੇ ਲੋਕਾਂ ਨੂੰ, ਤੇ ਅਸੀਂ ਉਹਨਾਂ ਦੇ ਬਾਰੇ ਦੱਸੀਏ ਕਿ ਉਹ ਯੋਗਾ ਕਰ ਰਹੇ ਨੇ ਤੇ ਹੋ ਸਕਦਾ ਹੈ ਕਿ ਅਸੀਂ ਜ਼ਿਆਦਾ ਇਹਦੇ ਵੱਲ ਨੂੰ ਹੋ ਜਾਈਏ। ਤਾਂ ਇਹ ਇੱਕ ਬਹੁਤ ਚੰਗਾ ਮੈਨੂੰ ਲੱਗਦਾ ਹੈ ਕਿ ਪੁਆਇੰਟ ਰਹੇਗਾ ਲੋਕਾਂ ਨੂੰ ਸਮਝਾਉਣ ਵਿੱਚ। ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ, ਕਿਉਂਕਿ ਸੋਸ਼ਲ ਮੀਡੀਆ 'ਤੇ ਜਿਵੇਂ ਅੱਜ ਕੱਲ੍ਹ ਅਸੀਂ ਜਿੱਥੇ ਹੋਰ ਚੀਜ਼ਾਂ ਨੂੰ ਦੇਖਣਾ ਪਸੰਦ ਕਰਦੇ ਹਾਂ, ਲੱਚਰਤਾ ਹੋਊਗੀ ਜਾਂ ਬਹੁਤ ਚੀਜ਼ਾਂ ਵੱਲ ਸਾਡਾ ਧਿਆਨ ਜਿਹੜਾ ਖਿੱਚਿਆ ਜਾ ਰਿਹਾ ਹੈ, ਤੇ ਕਿਤੇ ਨਾ ਕਿਤੇ ਯੋਗ ਨਾਲ ਸੰਬੰਧਿਤ ਜੇਕਰ ਕੋਈ ਗਤੀਵਿਧੀਆਂ ਸਾਡੀਆਂ ਚੱਲਦੀਆਂ ਹੋਣ ਤੇ ਸਾਡਾ ਧਿਆਨ ਜਿਹੜਾ ਆ ਜ਼ਰੂਰ ਇਧਰਲੇ ਪਾਸੇ ਆਵੇਗਾ। ਅੱਛਾ, ਇੱਕ ਤਾਂ ਕੀ ਜਦੋਂ ਯੋਗ ਅਸੀਂ ਕਰਦੇ ਹਾਂ ਉਦੋਂ ਯੋਗ ਕਰਨ ਸਮੇਂ ਸਾਨੂੰ ਕਿਸੇ ਖਾਸ ਟ੍ਰੇਨਿੰਗ ਦੀ ਜਾਂ ਕਿਸੇ ਟੀਚਰ ਦੀ ਜਾਂ ਅਧਿਆਪਕ ਦੀ ਲੋੜ ਪੈਂਦੀ ਹੈ, ਜਾਂ ਅਸੀਂ ਜਿਵੇਂ ਕਈ ਵਾਰੀ ਲਿਖਿਆ ਪੜ੍ਹਦੇ ਹਾਂ ਜਾਂ ਸੁਣਿਆ ਉਸ ਤਰੀਕੇ ਨਾਲ ਸ਼ੁਰੂ ਕਰ ਲੈਣਾ ਚਾਹੀਦਾ ਸਾਨੂੰ? ये मुझे मेरे गुरु ने बताया था, जो मेरे योगा टीचर थे एक कैंप पे। तो उन्होंने ये बताया था कि योगा किसी गाइडेंस के अंडर हो तो ज़्यादा बेहतर है, क्योंकि आम तौर पर अब जो चीज़ हमें बचपन में हम लिखना सीखते हैं तो फिर वो भी कोई सिखाता है, पहले हम खुद से लिखना नहीं शुरू कर देते। वैसे ही योगा अगर कोई हमें गाइडेंस दे तो ज़्यादा बेहतर हो सकती है। हालांकि जैसे आम जनरल सी क्रियाएं हैं, मेडिटेशन और वृक्षासन, ऐसे आसन हम खुद से भी कर सकते हैं। और आज के टाइम पे जहाँ हम हर छोटी सी चीज़ के लिए यूट्यूब खोलते हैं और कोई वीडियो देख लेते हैं, वैसे गाइडेंस होनी चाहिए, पर गाइडेंस की कमी नहीं है। ਬਿਲਕੁਲ ਜੀ, ਬਹੁਤ ਵਧੀਆ ਗੱਲ ਹੈ, ਕਿਉਂਕਿ ਜੇਕਰ ਅਸੀਂ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰਾਂਗੇ ਤੇ ਸਾਨੂੰ ਬਹੁਤ ਕੁਝ ਜਿਹੜਾ ਹੈ ਉਹ ਸਿੱਖਣ ਨੂੰ ਮਿਲ ਸਕਦਾ ਹੈ। ਪੁਲਕਿਤ, ਕਿਸ ਤਰੀਕੇ ਦਾ ਮਾਹੌਲ ਹੋਣਾ ਚਾਹੀਦਾ ਜਦੋਂ ਅਸੀਂ ਯੋਗਾ ਕਰਨੀ ਹੁੰਦੀ ਹੈ? ਕਿਹੜੇ ਸਮੇਂ 'ਤੇ ਸਾਨੂੰ ਜਿਹੜਾ ਯੋਗਾ ਉਹ ਲਾਹੇਵੰਦ ਹੋਵੇਗਾ? ਕੋਈ ਤੁਸੀਂ ਦੱਸੋ ਆਪਣੇ ਵਿਚਾਰ ਇਸ ਬਾਰੇ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਯੋਗਾ ਇੱਕ ਤਰ੍ਹਾਂ ਦਾ ਤਪ ਹੈ। ਜਿਹੜਾ ਤਪ ਹੁੰਦਾ ਹੈ ਉਹ ਇਕੱਲੇ ਵਿੱਚ ਹੀ ਹੁੰਦਾ ਹੈ, ਤੇ ਸਵੇਰ ਸਮਾਂ ਜਿਹੜਾ ਹੈਗਾ ਉਹ ਯੋਗਾ ਲਈ ਬਹੁਤ ਲਾਭਦਾਇਕ ਹੁੰਦਾ ਹੈ। ਪਰ ਜੇ ਅਸੀਂ ਕਹੀਏ ਕਿ ਸ਼ਾਮ ਦਾ ਸਮਾਂ ਹੈ, ਉਹ ਵੀ ਬਹੁਤ ਹੀ ਲਾਭਦਾਇਕ ਹੈ। ਇੱਕ ਤਰ੍ਹਾਂ ਦਾ ਮਾਹੌਲ ਜਿਹੜਾ ਹਰਿਆਲੀ ਦੇ ਇਲਾਕੇ ਵਿੱਚ ਹੈ, ਨੇੜਲੇ ਪਾਰਕ ਵਿੱਚ ਜਾ ਕੇ ਤੁਸੀਂ ਕਰ ਸਕਦੇ ਹੋ, ਉਹ ਤੁਹਾਡੀ ਸਿਹਤ ਲਈ ਤੇ ਮਾਨਸਿਕ ਤਣਾਅ ਨੂੰ ਘੱਟ ਕਰਨ ਲਈ ਬਹੁਤ ਜ਼ਰੂਰੀ ਹੈ। ਤੇ ਇਸ ਨਾਲ ਇੱਕ ਹੋਰ ਗੱਲ ਮੈਂ ਇਹਦੇ ਵਿੱਚ ਪਾਉਣਾ ਚਾਹਾਂਗਾ ਕਿ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਜਿਹੜੇ ਏਕਤਾ ਨੇ ਕਿਹਾ ਹੈ, ਏਕਤਾ ਨੇ ਜਿਵੇਂ ਦੱਸਿਆ ਕਿ YouTube ਤੋਂ ਅਸੀਂ ਦੇਖ ਸਕਦੇ ਹਾਂ। ਇਸ ਵਿੱਚ ਮੈਂ ਇੱਕ ਗੱਲ ਇਹ ਐਡ ਕਰਨਾ ਚਾਹਾਂਗਾ ਕਿ ਕੁਝ ਸਮੇਂ ਪਹਿਲਾਂ ਹੀ ਇੱਕ ਸਰਟੀਫਾਈਡ ਜਿਹੜੇ ਮੈਡੀਟੇਸ਼ਨ ਕੋਚ ਨੇ, ਉਹਨਾਂ ਨੇ ਇਹ ਕਿਹਾ ਸੀ ਕਿ ਤੁਸੀਂ YouTube ਤੋਂ ਕਰੋ। ਇਸ ਵਿੱਚ ਕੋਈ ਗਲਤੀ ਨਹੀਂ ਹੈਗੀ ਕਿ YouTube ਤੋਂ ਤੁਸੀਂ ਦੇਖ ਕੇ ਮੈਡੀਟੇਸ਼ਨ ਕਰ ਰਹੇ ਹੋ, ਪਰ
ਸਰਟੀਫਾਈਡ ਕੋਚ ਹੋਣੇ ਚਾਹੀਦੇ ਆ ਇਹਦੇ ਵਿੱਚ, ਕਿਉਂਕਿ ਉਹਨਾਂ ਕੋਲ ਕੁਝ ਇਹੋ ਜਿਹੇ ਕੇਸਿਸ ਵੀ ਆਏ ਨੇ ਕਿ ਜਦੋਂ ਬੱਚੇ ਮੈਡੀਟੇਸ਼ਨ ਕਰਨੀ ਸ਼ੁਰੂ ਕਰਦੇ ਨੇ ਉਹ ਕੋਈ ਨਾ ਕੋਈ ਗਲਤ ਇਹੋ ਜਿਹਾ ਪ੍ਰੋਸੈਸ ਉਹਦੇ ਵਿੱਚ ਇਸਤੇਮਾਲ ਕਰਦੇ ਨੇ ਕਿ ਬਾਅਦ ਵਿੱਚ ਉਹਨਾਂ ਨੂੰ ਮਾਈਗ੍ਰੇਨ ਜਾਂ ਜਿਵੇਂ ਹੁੰਦਾ ਹੈ ਕਿ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ। ਤੇ ਮੈਨੂੰ ਲੱਗਦਾ ਹੈ ਕਿ ਜਿੱਥੇ ਤੱਕ ਸਰਟੀਫਾਈਡ ਕੋਚ ਹੋਣੇ ਚਾਹੀਦੇ ਆ ਤੇ YouTube ਤੋਂ ਵੀ ਅਸੀਂ ਇਹ ਚੀਜ਼ ਸਿੱਖ ਸਕਦੇ ਹਾਂ ਮੈਡੀਟੇਸ਼ਨ। ਬਿਲਕੁਲ ਵਧੀਆ ਵਿਚਾਰ ਨੇ ਤੁਹਾਡੇ ਪੁਲਕਿਤ। ਜਦੋਂ ਵੀ ਅਸੀਂ ਯੋਗਾ ਸ਼ੁਰੂ ਕਰਨਾ ਹੈ ਤਾਂ ਘੱਟੋ ਘੱਟ ਸਾਨੂੰ ਯੋਗਾ ਦੇ ਅਭਿਆਸ ਵਾਸਤੇ ਸਾਡਾ ਕੋਈ ਇੱਕ ਅਧਿਆਪਕ ਜਾਂ ਯੋਗਾ ਸਿਖਾਉਣ ਵਾਲਾ ਜਾਂ ਕਿਸੇ ਨਾ ਕਿਸੇ ਤਰੀਕੇ ਸਾਨੂੰ ਯੋਗਾ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਜੇਕਰ ਸਾਨੂੰ ਉਹਦੀ ਜਾਣਕਾਰੀ ਹੋਵੇਗੀ ਫਿਰ ਹੀ ਅਸੀਂ ਜਿਹੜਾ ਯੋਗ ਵੱਲ ਅੱਗੇ ਵੱਧ ਪਾਵਾਂਗੇ। ਇੱਕ ਤਾਂ ਕਿੰਨਾ ਕੁ ਸਮਾਂ ਅਸੀਂ ਰੋਜ਼ਾਨਾ ਯੋਗ ਜਿਹੜਾ ਉਹ ਕਰ ਸਕਦੇ ਹਾਂ? मेरे विचारों में अगर हम दिन का आधा घंटा भी योग के लिए निकाल लेते हैं तो वो बहुत अच्छा होगा। पर कई लोग ऐसे भी होते हैं जिनको समय नहीं मिल पाता, जैसे जिनकी शिफ्ट्स होती हैं, नाइट शिफ्ट्स होती हैं और काम होता है। कम से कम 15 मिनट भी एक अच्छा प्रभाव हमारे शरीर और मन पर डाल सकता है। ਅੱਛਾ ਕਰੀਨਾ, ਜਿਵੇਂ ਪੜ੍ਹਾਈ ਦੇ ਵਿੱਚ ਨੌਜਵਾਨਾਂ ਦਾ ਧਿਆਨ ਨਾ ਲੱਗਣਾ ਜਾਂ ਪੜ੍ਹਾਈ ਤੋਂ ਪਾਸੇ ਕਤਰਾ ਜਾਣਾ, ਕੀ ਯੋਗ ਉਹਦੇ ਲਈ ਕੋਈ ਲਾਹੇਵੰਦ ਹੈਗਾ? ਜਿਹੜਾ ਯੋਗਾ ਹੈ ਬਹੁਤ ਸਾਰੇ, ਪਹਿਲਾਂ ਵੀ ਆਪਾਂ ਗੱਲ ਕੀਤੀ ਕਿ ਇਹਦੇ ਬਹੁਤ ਬੈਨੀਫਿਟਸ ਨੇ। ਜਿਹੜੇ ਇੱਕ ਕੌਨਸੈਂਟਰੇਸ਼ਨ ਹੈ ਉਹ ਮੈਡੀਟੇਸ਼ਨ ਤੋਂ ਤੇ ਮਿਲਦੀ ਹੈ ਤੇ ਯੋਗਾ ਤੋਂ ਵੀ ਮਿਲ ਸਕਦੀ ਹੈ। ਇੱਦਾਂ ਦੇ ਬਹੁਤ ਸਾਰੇ ਆਸਨ ਵੀ ਨੇ, ਜਿਵੇਂ ਕਿ ਪਦਮ ਆਸਨ ਹੈ, ਉਹ ਵੀ ਬਹੁਤ ਇਸ ਚੀਜ਼ ਦੇ ਵਿੱਚ ਯੋਗਦਾਨ ਦਿੰਦਾ ਹੈ, ਸਾਡੀ ਕੌਨਸੈਂਟਰੇਸ਼ਨ ਨੂੰ ਵਧਾਉਂਦਾ ਹੈ। ਜਿਹੜੀ ਸਾਡੀ ਮੈਂਟਲ ਹੈਲਥ ਹੈ ਇਹਨੂੰ ਵੀ ਪਾਵਰ ਅਪ ਕਰਦਾ ਹੈ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਾਡੇ ਜਿਹੜੇ ਬਲੱਡ ਸੈਲਸ ਆ ਉਹ ਵੱਧਦੇ ਨੇ। ਇਹ ਸਿੱਧਾ ਦਾ ਸਿੱਧਾ ਜਿਹੜਾ ਪ੍ਰਭਾਵ ਹੈ ਇਹ ਸਾਡੀ ਕੌਨਸੈਂਟਰੇਸ਼ਨ ਦੇ ਉੱਪਰ ਪਾਉਂਦਾ ਹੈ। ਸਾਡਾ ਧਿਆਨ ਨਹੀਂ ਲੱਗਦਾ ਪੜ੍ਹਾਈ ਦੇ ਵਿੱਚ, ਹੋ ਸਕਦਾ ਅਸੀਂ ਯੋਗਾ ਕਰਨ ਲੱਗ ਜਾਈਏ ਤੇ ਸਾਡੇ ਵਿੱਚ ਪੇਸ਼ੈਂਸ ਆ ਜਾਵੇ, ਸਬਰ ਆ ਜਾਵੇ, ਕੌਨਸੈਂਟਰੇਸ਼ਨ ਵੱਧ ਜਾਵੇ ਤੇ ਇਹ ਸਿੱਧਾ ਦਾ ਸਿੱਧਾ ਪ੍ਰਭਾਵ ਸਾਡੀ ਪੜ੍ਹਾਈ ਤੇ ਪਾਊਗਾ। ਉਹਦੇ ਤੇ ਤਾਂ ਪਾਊਗਾ ਹੀ। ਜੇ ਸਾਨੂੰ ਕੋਈ ਚੀਜ਼ ਸਮਝ ਨਹੀਂ ਵੀ ਆ ਰਹੀ ਆ ਤਾਂ ਸਾਡੀ ਜਿਹੜੀ ਮੈਂਟਲ ਹੈਲਥ ਹੈ ਉਹ ਪਾਵਰ ਅਪ ਹੋ ਰਹੀ ਆ, ਜਿਹਦੇ ਨਾਲ ਉਹ ਚੀਜ਼ਾਂ ਸਾਨੂੰ ਚੰਗੀ ਤਰ੍ਹਾਂ ਸਮਝ ਆਉਣ ਲੱਗ ਜਾਊਗੀਆਂ। ਜਿਵੇਂ ਕਿ ਏਕਤਾ ਨੇ ਗੱਲ ਕੀਤੀ ਸੀ ਕਿ ਦਿਨ ਦੇ ਵਿੱਚ ਅਗਰ ਆਪਾਂ 15 ਮਿੰਟ ਵੀ ਯੋਗਾ ਕਰਦੇ ਹਾਂ ਤਾਂ ਉਹ ਵੀ ਸਾਡੇ ਜਿਹੜੇ ਸਰੀਰ ਨੂੰ ਬਹੁਤ ਫਾਇਦੇ ਦਿੰਦਾ ਹੈ। ਅਸੀਂ ਮੈਂਟਲੀ ਵੀ ਠੀਕ ਹੁੰਦੇ ਹਾਂ, ਹੈਲਥ ਦੇ ਪੱਖੋਂ ਵੀ ਸਹੀ ਹੁੰਦੇ ਹਾਂ, ਅਸੀਂ ਐਕਟਿਵ ਰਹਿੰਦੇ ਹਾਂ। ਜੇ ਅਸੀਂ ਐਕਟਿਵ ਰਵਾਂਗੇ ਤੇ ਚੀਜ਼ਾਂ ਨੂੰ ਚੰਗੇ ਤਰੀਕੇ ਦੇ ਨਾਲ ਸਮਝ ਹੀ ਪਾਵਾਂਗੇ। ਜਿਹੜੀ ਸਾਡੀ ਪਾਵਰ ਹੈ ਅਸੀਂ ਉਹਨੂੰ ਚੰਗੇ ਪਾਸੇ ਲਾਵਾਂਗੇ, ਅਸੀਂ ਹਰ ਚੀਜ਼ ਨੂੰ ਸਮਝ ਪਾਵਾਂਗੇ। ਫਿਰ ਅਸੀਂ ਪੜ੍ਹਾਈ ਕਰਾਂਗੇ ਤੇ ਉਹ ਵੀ ਸਾਨੂੰ ਉਨੇ ਹੀ ਵਧੀਆ ਤਰੀਕੇ ਦੇ ਨਾਲ ਸਮਝ ਆਵੇਗੀ। ਪੁਲਕਿਤ, ਤੁਸੀਂ ਕੁਝ ਕਹਿਣਾ ਚਾਹੋਗੇ ਇਸ ਵਿਸ਼ੇ ਤੇ? ਇੱਕ ਯੁਵਾ ਤੇ ਨੌਜਵਾਨ ਹੋਣ ਦੇ ਨਾਤੇ ਮੈਂ ਇਹ ਕਹਾਂਗਾ ਕਿ ਜਿਹੜੀ ਪੜ੍ਹਾਈ ਦਾ ਇੱਕ ਸਟ੍ਰੈਸ ਚੱਲ ਰਿਹਾ ਹੈ ਨੌਜਵਾਨ ਤੇ, ਉਹ ਕੇਵਲ ਪੜ੍ਹਾਈ ਨੂੰ ਨਾ ਲੈ ਕੇ ਉਹ ਆਪਣੇ ਕਰੀਅਰ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਸਟ੍ਰੈਸ ਹੈ। ਕਿਉਂਕਿ ਜੇਕਰ ਦੇਖੀਏ ਅਸੀਂ ਪਿਛਲੇ ਸਮੇਂ ਵਿੱਚ ਜਿਹੜਾ ਪੜ੍ਹਾਈ ਕਰਕੇ ਇੱਕ ਨੌਕਰੀ ਮਿਲ ਜਾਂਦੀ ਸੀ, ਪਰ ਅੱਜ ਕੱਲ੍ਹ ਪੜ੍ਹਾਈ ਕੀਤੀ ਵੀ ਹੋਈ ਹੈ, ਮਾਰਕਸ ਚੰਗੇ ਨੇ, ਡਿਗਰੀਆਂ ਵਿੱਚ ਪਰਸੈਂਟੇਜ ਚੰਗੀ ਹੈ, ਪਰ ਕਿਤੇ ਨਾ ਕਿਤੇ ਜਾ ਕੇ ਕਿ ਕੰਪੀਟੀਸ਼ਨ ਇੰਨਾ ਵੱਧ ਚੁੱਕਿਆ ਹੈ ਕਿ ਜਿਹੜਾ ਨੌਜਵਾਨ ਹੈ ਆਪਣੀ ਡਿਗਰੀ ਨੂੰ ਦੇਖ ਕੇ ਜਿਹੜਾ ਡੀਮੋਟੀਵੇਟ ਹੋ ਰਿਹਾ ਕਿ ਉਹਦੇ ਕੋਲ ਇੰਨੀ ਚੰਗੀ ਡਿਗਰੀ ਹੈ ਤੇ ਉਹਨੂੰ ਜੌਬ ਨਹੀਂ ਮਿਲ ਰਹੀ। ਪਰ ਇਹ ਹੋ ਸਕਦਾ ਹੈ ਕਿ ਜੇ ਉਹ ਯੋਗ ਕਰੂਗਾ, ਉਹਦੀ ਮੈਂਟਲ ਹੈਲਥ ਸਹੀ ਰਹੂਗੀ, ਉਹਦੇ ਨਾਲ ਉਹਦੇ ਸਰੀਰਕ ਜਿਹੜੇ ਪ੍ਰੋਬਲਮਸ ਨੇ ਉਹ ਸਹੀ ਰਹਿਣਗੇ, ਉਹਨਾਂ ਦਾ ਸਿੱਧਾ ਧਿਆਨ ਆਪਣੇ ਕਰੀਅਰ ਵੱਲ ਹੀ ਜਾਊਗਾ, ਨਾ ਕੇਵਲ ਆਪਣੀ ਮਾਨਸਿਕ ਰੋਗ ਤੇ ਉਹ ਧਿਆਨ ਦੇਣਗੇ ਤੇ ਸਰੀਰਕ ਰੋਗ ਤੇ ਇਸ ਕਰਕੇ ਯੋਗਾ ਜੋ ਹੈ ਬਹੁਤ ਯੂਜ਼ਫੁਲ ਹੈ ਆਪਣੇ ਯੁਵਾਵਾਂ ਲਈ। ਅੱਛਾ, ਇੱਕ ਤਾਂ ਜਿਵੇਂ ਪੜ੍ਹਾਈ ਨਾਲ ਸੰਬੰਧਿਤ ਆਪਾਂ ਗੱਲ ਕੀਤੀ ਆ ਕਿ ਕਈ ਵਾਰੀ ਵੀ ਬੱਚੇ ਦਾ ਜਿਹੜਾ ਸਟ੍ਰੈਸ ਹੁੰਦਾ ਹੈ ਉਹ ਯੋਗ ਕਰਨ ਦੇ ਨਾਲ ਜਿਹੜਾ ਆ ਉਹ ਦੂਰ ਹੋ ਜਾਂਦਾ ਹੈ। ਪਰ ਕੀ ਜਿਵੇਂ ਅਸੀਂ ਸਕੂਲਾਂ ਜਾਂ ਕਾਲਜਾਂ ਦੇ ਵਿੱਚ ਹੋਰ ਗਤੀਵਿਧੀਆਂ ਕਰਦੇ ਹਾਂ, ਹੋਰ ਐਕਟੀਵਿਟੀਆਂ ਕਰਦੇ ਹਾਂ, ਉਹਦੇ ਨਾਲ ਕੀ ਸਾਨੂੰ ਸਕੂਲਾਂ ਕਾਲਜਾਂ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਪ੍ਰੋਗਰਾਮ ਉਲੀਕਣੇ ਚਾਹੀਦੇ ਆ ਜਿਹਦੇ ਵਿੱਚ ਯੋਗ ਨਾਲ ਸੰਬੰਧਿਤ ਜਾਣਕਾਰੀ ਹੋਵੇ ਜਾਂ ਯੋਗ ਬਾਰੇ ਜਾਣਕਾਰੀ ਦਿੱਤੀ ਜਾਵੇ? ਉਹਦਾ ਕੀ ਅਸਰ ਹੋਵੇਗਾ ਸਾਡੇ ਨੌਜਵਾਨਾਂ ਤੇ? पहला कि होना चाहिए स्कूलों और कॉलेजों में या नहीं, पहला प्रश्न ये। तो मैं एक युवा हूँ इस राष्ट्र की, तो बचपन से ही मेरा ये मन था कि मेरे स्कूल में या फिर मेरे कॉलेज में इसको एक कंपलसरी सब्जेक्ट की तरह देखा जाए, एक ऑप्शनल या रिक्रिएशनल एक्टिविटी की तरह नहीं। तो मेरे विचारों में ये ज़रूरी ही होना चाहिए स्कूल कॉलेज में कंपलसरी सब्जेक्ट की तरह। और इसके अलावा अगर ये होगा तो अवश्य ही इसका जो प्रभाव है वो बहुत अच्छा होगा युवाओं पर। हमारे युवा जो है वो मानसिक और शारीरिक तौर पर शक्तिशाली हो पाएंगे, और एक शक्तिशाली और युवा जो मानसिक और शारीरिक तौर पे स्वस्थ होता है वो ही किसी राष्ट्र को आगे लेकर जाता है। हमने उदाहरण देखा है नीदरलैंड्स और नॉर्वे का, कैसे नॉर्वे का हैप्पीनेस इंडेक्स में कैसे वो सबसे आगे है,
और वो डेवलपमेंट में भी आगे है। तो सीधा सीधा हमें दिखाई देता है कि स्वास्थ्य और डेवलपमेंट में जो रिलेशन है वो हमें समझ आ रहा है। तो वैसे ही भारत में भी मुझे लगता है ये अच्छा होगा। ਸੋ ਬਿਲਕੁਲ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਤਾਂ ਕਿ ਸਾਨੂੰ ਇੱਕ ਕੰਪਲਸਰੀ ਵਿਸ਼ੇ ਦੀ ਤਰ੍ਹਾਂ ਇਹ ਸਾਡਾ ਯੋਗ ਜਿਹੜਾ ਆ ਉਹ ਇੱਕ ਵਿਸ਼ੇ ਦੇ ਤੌਰ ਤੇ ਸਕੂਲਾਂ ਕਾਲਜਾਂ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ। ਇਹ ਨਹੀਂ ਹੈਗਾ ਕਿ ਕੱਲਾ ਜਿਵੇਂ ਆਪਾਂ 21 ਜੂਨ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਨਾ ਲੈਂਦੇ ਆ ਤੇ ਸਿਰਫ ਉਸੇ ਦਿਨ ਹੀ ਯੋਗ ਹੋਵੇ ਤੇ ਬਾਅਦ ਵਿੱਚ ਸਾਲ ਬਾਅਦ ਆਵੇ। ਸੋ ਇਹ ਜ਼ਰੂਰੀ ਹੈ ਕਿ ਸਾਡਾ ਜਿਹੜਾ ਆ ਯੋਗ ਨਾਲ ਸੰਬੰਧਿਤ ਕੋਈ ਨਾ ਕੋਈ ਐਕਟੀਵਿਟੀ ਜਿਹੜੀ ਆ ਉਹ ਹਰ ਮਹੀਨੇ ਜਾਂ ਕੁਝ ਹਫ਼ਤਿਆਂ ਬਾਅਦ ਜਿਹੜੀ ਆ ਸਕੂਲਾਂ ਦੇ ਵਿੱਚ ਹੁੰਦੀ ਹੋਣੀ ਚਾਹੀਦੀ ਹੈ। ਕਰੀਨਾ, ਤੁਸੀਂ ਦੱਸੋ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਯੋਗ ਕਰਦੇ ਹੋ ਤਾਂ ਤੁਹਾਨੂੰ ਕੀ ਉਹਦੇ ਫਾਇਦੇ ਹੋਏ ਨੇ? ਬਿਲਕੁਲ, ਮੈਂ ਰੋਜ਼ਾਨਾ ਯੋਗ ਕਰਦੀ ਹਾਂ। ਜੇ ਮੈਨੂੰ ਨਾ ਵੀ ਟਾਈਮ ਮਿਲੇ ਤਾਂ ਮੈਂ 15 ਕੁ ਮਿੰਟ ਤਾਂ ਜ਼ਰੂਰ ਦੇ ਹੀ ਦਿੰਦੀ ਹਾਂ। ਮੈਂ ਬਹੁਤ ਸਾਰੇ ਹੈਲਥ ਇਸ਼ੂਜ਼ ਤੋਂ ਫੇਸ ਕਰ ਰਹੀ ਸੀ। ਮੇਰਾ ਜਿਹੜਾ ਵੇਟ ਹੈ ਉਹ ਵੀ ਗੇਨ ਹੋ ਰਿਹਾ ਸੀਗਾ ਅਤੇ ਹੁਣ ਮੈਨੂੰ ਲੱਗਦਾ ਹੈ ਕਿ ਮੈਂ ਵਾਪਸ ਆਪਣੇ ਉਸ ਜਗ੍ਹਾ 'ਤੇ ਆ ਰਹੀ ਹਾਂ ਕਿ ਜਿੱਥੇ ਮੈਂ ਫੀਲ ਕਰਦੀ ਹਾਂ ਕਿ ਹਾਂ ਹੁਣ ਮੈਂ ਹੈਲਦੀ ਹਾਂ। ਜੇ ਵੇਟ ਗੇਨ ਹੁੰਦਾ ਹੈ ਤਾਂ ਉਹਨੂੰ ਠੀਕ ਵੀ ਕੀਤਾ ਜਾ ਸਕਦਾ ਹੈ। ਉਹ ਐਕਸਰਸਾਈਜ਼ ਅਤੇ ਯੋਗਾ ਦੇ ਨਾਲ ਹੋ ਸਕਦਾ ਹੈ। ਸਟਰੈਸ, ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਬਹੁਤ ਸਟਰੈਸ ਹੋ ਰਿਹਾ ਹੈ ਕਰੀਅਰ ਕਰਕੇ, ਹੋਰ ਵੀ ਬਾਕੀ ਚੀਜ਼ਾਂ ਕਰਕੇ, ਉਹ ਵੀ ਠੀਕ ਹੁੰਦਾ ਜਾ ਰਿਹਾ ਹੈ। ਅਤੇ ਜਦੋਂ ਫਿਰ ਹੈਪੀਨੈਸ ਦੀ ਗੱਲ ਆਉਂਦੀ ਆ ਤਾਂ ਸਾਰਾ ਦਿਨ ਖੁਸ਼ ਵੀ ਰਹਿੰਦੇ ਹਾਂ, ਉਹਦਾ ਤਾਂ ਇਫੈਕਟ ਪੈਂਦਾ ਹੀ ਪੈਂਦਾ ਹੈ। ਏਕਤਾ, ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਯੋਗ ਕਰਦੇ ਹੋ ਤੇ ਤੁਸੀਂ ਆਪਣੇ ਆਲੇ ਦੁਆਲੇ ਨੂੰ ਜਾਂ ਤੁਸੀਂ ਆਪਣੇ ਆਪ 'ਚ ਕੋਈ ਬਦਲਾਅ ਦੇਖਦੇ ਹੋ? बिल्कुल, मुझे याद है एक समय ऐसा था जब मैंने 6 दिन लगातार सुबह मेडिटेशन की थी और मुझे अभी भी याद है वो जो एक पूरा हफ्ता था वो मेरी ज़िंदगी का सबसे खुशहाल हफ्ता था कि कोई कुछ बुरा भी बोल के चला जाए तो मुझ पे कुछ खास असर नहीं होता था। तो मेरे विचारों में हाँ इसके अच्छे प्रभाव हैं और मैं करती भी हूँ। कई बार नहीं समय मिलता पर आम तौर पर करती हूँ। ਪੁਲਕਿਤ, ਤੁਸੀਂ ਕੋਈ ਟਿੱਪਣੀ ਕਰਨੀ ਚਾਹੋਗੇ? ਇਹੋ ਜਿਹੇ ਸਮੇਂ 'ਚੋਂ ਨਿਕਲਿਆ ਕਿ ਜਿੱਥੇ ਮੈਂ ਆਪਣੇ ਮਤਲਬ ਜਿਹੜੇ ਯੋਗਾ ਉੱਤੇ ਬਿਲਕੁਲ ਧਿਆਨ ਨਹੀਂ ਸੀ, ਪਰ ਇੱਕ ਇਹੋ ਜਿਹਾ ਸਮਾਂ ਵੀ ਆਇਆ ਜਿੱਥੇ ਮੈਂ ਆਪਣੇ ਕਾਲਜ ਦੇ NCC ਜੁਆਇਨ ਕੀਤੀ ਸੀ ਅਤੇ ਉਸ ਤੋਂ ਬਾਅਦ NCC ਦੇ ਕਈ ਕੈਂਪ ਵਿੱਚ ਯੋਗਾ ਵੀ ਕਰਾਉਂਦੇ ਸੀ ਅਤੇ ਉਸ ਤੋਂ ਬਾਅਦ ਇੱਕ ਹੈਬਿਟ ਜਿਹੀ ਹੋ ਗਈ ਕਿ ਜਿਹੜੇ ਆਪਣੀ ਫਿਜ਼ੀਕਲ ਐਕਸਰਸਾਈਜ਼ ਯਾਨੀ ਯੋਗਾ ਜਾਂ ਮੈਂਟਲ ਐਕਸਰਸਾਈਜ਼ ਲਈ ਵੀ ਯੋਗਾ ਵਿੱਚੋਂ ਵਿੱਚ ਕਰਦੇ ਹਾਂ। ਅਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇੱਕ ਐਸਪੀਰੈਂਟ ਹੋਣ ਕਰਕੇ ਵੀ ਜਿੱਥਾਂ ਸਾਨੂੰ ਮਨ ਦੀ ਸ਼ਾਂਤੀ ਚਾਹੀਦੀ ਉਹਦੇ ਲਈ ਵੀ ਯੋਗਾ ਬਹੁਤ ਹੀ ਲਾਭਦਾਇਕ ਹੈ। ਸੋ ਬਹੁਤ ਵਧੀਆ ਅੱਜ ਦਾ ਜਿਹੜਾ ਵਿਚਾਰ ਸੀ ਉਹ ਸਾਡਾ ਜਿਹੜਾ ਵਿਸ਼ਾ ਰਿਹਾ ਆ ਯੋਗ ਤੇ ਨੌਜਵਾਨ ਤੋਂ ਬਹੁਤ ਸਾਰੇ ਤੁਸੀਂ ਆਪਣੇ ਯੋਗ ਤੇ ਅਣਮੁੱਲੇ ਵਿਚਾਰ ਜਿਹੜੇ ਆ ਉਹ ਸਾਨੂੰ ਦਿੱਤੇ ਆ। ਸੋ ਅੱਜ ਦੇ ਇਸ ਵਿਚਾਰ ਚਰਚਾ ਵਿੱਚ ਕਰੀਨਾ, ਪੁਲਕਿਤ ਯਾਦਵ ਤੇ ਏਕਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਅੱਜ ਦਾ ਅਸੀਂ ਵਿਸ਼ਾ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਮੈਨੂੰ ਸੁਰਜੀਤ ਸਿੰਘ ਨੂੰ ਦਿਓ ਇਜਾਜ਼ਤ। ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।